सत श्री अकाल दोस्तों, वेलकम बैक टू माय यूट्यूब चैनल लर्न विद संदीप। दोस्तों अज असीं गल करांगे आधुनिक काव्य बारे। ठीक है, आधुनिक काव्य दे विच आधुनिक काल बारे गल करांगे। पहला सब तो पहला अपने कोल आउंदा कि साहित्य की है। ठीक है, जिस तरह प्रोफैसर जीत सिंह जोशी ने जो अपनी किताब है उन्होंने पंजाबी अध्ययन ते अध्यापन बदलते परिपेख ਉਹਦੇ ਵਿੱਚ ਉਹ ਸਾਹਿਤ ਨੂੰ परिभाषित करते हुए की लिखते हैं कि साहित्य है जो ललित कला का उत्तम नमूना है। ठीक है, मनुखी सिरजना का अनोखा अमल है जो साहित्य है। साहित्य रचना की जाती है। साहित्य रचना जी बहुपरती बहुअर्थी तो बहुत दिशावी होंगी है। ਸਾਹਿਤਕ ਕਿਰਤ ਨੂੰ ਰਚਨਾ ਕਿਹਾ ਜਾਂਦਾ ਹੈ। ਰਚਨਾ ਜਾਂ ਜਿਹੜਾ ਸਿਰਜਣਾ ਸ਼ਬਦ ਦਾ ਪ੍ਰਯੋਗ ਉਹਨਾਂ ਅਰਥਾਂ ਵਿੱਚ ਕੀਤਾ ਜਾਂਦਾ ਹੈ ਜਦੋਂ ਕੋਈ ਨਵੀਂ ਵਿਲੱਖਣ ਸਾਰਥਕ ਅਤੇ ਸੋਝ ਸਵਾਦ ਦੇਣ ਵਾਲੀ ਚੀਜ਼ ਜਨਮ ਲੈਂਦੀ ਹੈ। ਭਾਵ ਕੀ ਹੈ ਕਿ ਮਨੁੱਖ ਦੀ ਇੱਕ ਲਲਿਤ ਕਲਾ ਦਾ ਨਮੂਨਾ ਹੈ ਕਿ ਮਨੁੱਖ ਆਪਣੀ ਸਮਝ ਦੇ ਸੋਚ ਦੇ ਜ਼ਰੀਏ ਜਿਹੜਾ ਕੁਛ ਨਾ ਕੁਛ ਨਵਾਂ ਜਿਹੜਾ ਕ੍ਰੀਏਟ ਕਰਦਾ ਲਿਖਦਾ ਹੈ। ਠੀਕ ਹੈ, ਜਿਸ ਨੂੰ ਅਸੀਂ ਸਾਹਿਤ ਦੇ ਵਿੱਚ ਲਾਇਆ ਹੁੰਦਾ ਅਤੇ ਜਿਹੜਾ ਵਿਲੱਖਣ ਵੀ ਹੁੰਦਾ ਹੈ ਅਤੇ ਜਿਹਦੇ ਵਿੱਚ ਕੋਈ ਨਾ ਕੋਈ ਸਾਨੂੰ ਸਹੀ ਸੇਧ ਦਿੱਤੀ ਜਾਂਦੀ ਹੈ ਅਤੇ ਸਹੀ ਸੇਧ ਦੇ ਨਾਲ ਕੀ ਹੈ ਕਿ ਸਾਨੂੰ ਉਹਦੇ ਵਿੱਚੋਂ ਸੋਝ ਸਵਾਦ ਭਾਵ ਆਨੰਦ ਦੀ ਵੀ ਪ੍ਰਾਪਤੀ ਹੁੰਦੀ ਹੈ। ਹੁਣ ਜੋ ਸਾਹਿਤ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਲਿਟਰੇਚਰ ਕਹਿ ਦਿੰਦੇ ਹਾਂ, ਇਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਦੇ ਹਾਂ। ਅਸੀਂ ਪੰਜਾਬੀ ਸਾਹਿਤ ਦੀ ਗੱਲ ਕਰ ਰਹੇ ਹਾਂ। ਇੱਥੇ ਪੰਜਾਬੀ ਸਾਹਿਤ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਦੇ ਹਾਂ: ਆਦਿ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ। ਹੁਣ ਆਦਿ ਕਾਲ ਕੀ ਹੈ, ਜਿਹੜਾ 8ਵੀਂ 9ਵੀਂ ਸਦੀ ਤੋਂ ਸ਼ੁਰੂ ਹੋ ਕੇ 15ਵੀਂ ਸਦੀ ਤੱਕ ਚੱਲਦਾ ਹੈ, ਜਿਹਦੇ ਵਿੱਚ ਮੇਨ ਸਾਡੇ ਕੋਲ ਨਾਥਾਂ ਜੋਗੀਆਂ ਦਾ ਸਾਹਿਤ ਆਉਂਦਾ। ਇਹਦੇ ਕੁਝ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਕੀ ਕੁਛ ਸੀ ਨਾਥਾਂ ਜੋਗੀਆਂ ਦੇ ਸਾਹਿਤ ਦੇ ਵਿੱਚ ਜਾਂ ਆਦਿ ਕਾਲ ਦੇ ਵਿੱਚ ਕਿਹੜੀਆਂ ਚੀਜ਼ਾਂ ਸੀਗੀਆਂ ਕਿ ਇੱਕ ਤਾਂ ਇਹਦੇ ਵਿੱਚ ਜੋ ਪੰਜਾਬੀ ਭਾਸ਼ਾ ਸੀ ਉਹਨੇ ਆਪਣਾ ਜਿਹੜਾ ਨਿਖਰਵਾਂ ਰੂਪ ਉਹ ਧਾਰਨ ਨਹੀਂ ਸੀ ਕੀਤਾ ਅਜੇ। ਠੀਕ ਹੈ, ਜਿਸ ਤਰ੍ਹਾਂ ਸਿੱਧ ਮਾਤ੍ਰਿਕਾ ਦੇ ਵਿੱਚ ਜਿਹੜੇ ਨਾਥ ਜੋਗੀ ਨੂੰ ਆਪਣੀ ਬਾਣੀ ਦੀ ਰਚਨਾ ਕਰਦੇ ਨੇ। ਠੀਕ ਹੈ, ਅਤੇ ਕੀ ਸੀ ਅਪਭ੍ਰੰਸ਼ਾਂ ਦਾ ਜਿਹੜਾ ਉਸ ਸਮੇਂ ਜੋੜ ਸੀ। ਠੀਕ ਹੈ, ਜਿਹੜੀਆਂ ਮੇਨ ਗੱਲਾਂ ਨੇ। ਉਸ ਤੋਂ ਬਾਅਦ ਕੀ ਹੈ ਕਿ ਜੋ ਆਦਿ ਕਾਲ ਸੀ ਉਹਦੇ ਵਿੱਚ ਕੀ ਸੀ, ਸਾਹਿਤ ਹੋ ਗਿਆ, ਸਮਾਜ ਹੋ ਗਿਆ, ਧਰਮ ਹੋ ਗਿਆ, ਇਹ ਆਪਸ ਦੇ ਵਿੱਚ ਸਾਰੇ ਰਲ ਗੱਡ ਹੋਏ ਪਏ ਸੀ, ਕੋਈ ਵੀ ਚੀਜ਼ ਅਲੱਗ-ਅਲੱਗ ਨਹੀਂ ਸੀ। ਠੀਕ ਹੈ, ਇਸ ਤੋਂ ਬਾਅਦ ਕੀ ਹੈ ਕਿ ਇਹਦੇ ਵਿੱਚ ਜੋ ਇਸਤਰੀ ਨਿੰਦਾ ਦੀ ਸੂਰ ਹੈ ਜਿਹੜੀ ਉਹ ਕਾਫੀ ਉਭਰਵੇਂ ਤਰੀਕੇ ਦੇ ਨਾਲ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਨਾਥ ਜੋਗੀ ਨੇ ਉਹ ਜ਼ਿਆਦਾਤਰ ਇਸਤਰੀ ਨੂੰ ਆ ਜਿਹੜਾ ਉਹ ਗ੍ਰਹਿਸਥ ਜੀਵਨ ਦੇ ਵਿੱਚ ਰੁਕਾਵਟ ਮੰਨਦੇ ਨੇ। ਜੋ ਵੀ ਅਧਿਆਤਮਿਕ ਵਿਕਾਸ ਉਹਦੇ ਵਿੱਚ ਇਸਤਰੀ ਅਤੇ ਜਿਹੜਾ ਗ੍ਰਹਿਸਥ ਜੀਵਨ ਆ ਉਹਨੂੰ ਉਹਦੇ ਵਿੱਚ ਇੱਕ ਰੁਕਾਵਟ ਸਮਝਿਆ ਜਾਂਦਾ ਸੀ। ਠੀਕ ਹੈ, ਇਹਦੇ ਵਿੱਚ ਕੀ ਸੀ ਕਿ ਆਦਿ ਕਾਲ ਦੇ ਵਿੱਚ ਜ਼ੁਲਮ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਸੀ ਹੁੰਦਾ। ਜ਼ੁਲਮ ਪ੍ਰਤੀ ਕੁਛ ਨਹੀਂ ਸੀ ਕਿਹਾ ਜਾਂਦਾ। ਕੋਈ ਰਾਜੇ ਮਹਾਰਾਜੇ ਸੀ ਜਿਸ ਤਰ੍ਹਾਂ ਦਾ ਵੀ ਜ਼ੁਲਮ ਕਰਦੇ ਸੀ, ਜਿਸ ਤਰ੍ਹਾਂ ਮੱਧ ਕਾਲ ਦੇ ਵਿੱਚ ਸੀਗਾ ਕਿ ਉਹਨਾਂ ਦੇ ਖਿਲਾਫ ਸੀ ਜਿਹੜੀਆਂ ਉਹ ਰਚਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ। ਭਾਵ ਇੱਕ ਅਪ੍ਰਤੱਖ ਤਰੀਕੇ ਦੇ ਨਾਲ ਉਹਨਾਂ ਦਾ ਭੰਡਣ ਕੀਤਾ ਜਾਂਦਾ ਸੀ। ਪਰ ਆਦਿ ਕਾਲ ਦੇ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਅਤੇ ਨਾਲ ਹੀ ਕੀ ਸੀ ਕਿ ਆਦਿ ਕਾਲ ਦੇ ਵਿੱਚ ਜਿਹੜੇ ਸਾਹਿਤ ਰੂਪ ਸੀ ਉਹਨਾਂ ਦੀ ਵੀ ਘਾਟ ਸੀ, ਕਿਉਂਕਿ ਆਦਿ ਕਾਲ ਦੇ ਵਿੱਚ ਸਿਰਫ ਸਾਡੇ ਕੋਲ ਸਲੋਕ ਅਤੇ ਜਿਹੜੇ ਸ਼ਬਦ ਨੇ ਉਹੀ ਕਾਫੀ ਜ਼ਿਆਦਾ ਪ੍ਰਸਿੱਧ ਹੋਏ ਮਿਲਦੇ ਨੇ। ਜਿਸ ਤਰ੍ਹਾਂ ਮੱਧ ਕਾਲ ਦੇ ਵਿੱਚ ਅੱਗੇ ਬਹੁਤ ਸਾਰੇ ਜਿਹੜੇ ਕਾਵਿ ਰੂਪ ਸਾਹਮਣੇ ਆ ਜਾਂਦੇ ਨੇ ਸਾਡੇ ਕੋਲ। ਠੀਕ ਹੈ, ਇਹ ਸੀ ਪਹਿਲਾਂ ਥੋੜ੍ਹੀਆਂ ਜਿਹੀਆਂ ਗੱਲਾਂ ਆਦਿ ਕਾਲ ਬਾਰੇ। ਹੁਣ ਅਸੀਂ ਗੱਲ ਕਰਦੇ ਹਾਂ ਮੱਧ ਕਾਲ ਬਾਰੇ। ਮੱਧ ਕਾਲ ਹੈ ਜਿਹੜਾ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਇਹ ਤੁਸੀਂ ਯਾਦ ਰੱਖਣਾ, ਮੱਧ ਕਾਲ ਨੂੰ ਪੰਜਾਬੀ ਸਾਹਿਤ ਦਾ ਜਿਹੜਾ ਆਧੁਨਿਕ ਪੰਜਾਬੀ ਜਿਹੜਾ ਸਾਹਿਤ ਉਹਦਾ ਸੁਨਹਿਰੀ ਯੁੱਗ ਬੋਲਿਆ ਜਾਂਦਾ ਹੈ, ਸੁਨਹਿਰੀ ਕਾਲ ਬੋਲਿਆ ਜਾਂਦਾ ਹੈ। ਉਹ ਕਿਉਂ ਬੋਲਿਆ ਜਾਂਦਾ ਹੈ? ਕਿਉਂਕਿ ਇਹਦੇ ਵਿੱਚ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਮਹੱਤਵਪੂਰਨ ਸੀ। ਇਹ ਬਹੁਤ ਜ਼ਿਆਦਾ ਇਹਦੇ ਵਿੱਚ ਵਿਕਾਸ ਹੋਇਆ ਸੀ। ਠੀਕ ਹੈ, ਗਿਣਤੀ ਪੱਖੋਂ ਕਿਵੇਂ ਸੀ ਕਿ ਅਲੱਗ-ਅਲੱਗ ਤਰ੍ਹਾਂ ਦੇ ਕਾਵਿ ਰੂਪ ਆ ਗਏ ਸੀ ਸਾਡੇ ਕੋਲ, ਜਿਸ ਤਰ੍ਹਾਂ 12 ਮਾਹ ਹੋ ਗਏ, ਛਿਆਰਫੀਆਂ ਹੋ ਗਈਆਂ, ਰੁੱਤਾਂ ਹੋ ਗਈਆਂ, ਦੋੜੇ ਹੋ ਗਏ, ਗੰਢਾਂ, ਡਿਉਢਾਂ। ਠੀਕ ਹੈ, ਕਾਫੀਆਂ ਹੋ ਗਈਆਂ। ਇਹ ਸਾਰੀ ਚੀਜ਼ ਗੁਣਾਤਮਕ ਪੱਖੋਂ ਕਿਵੇਂ ਸੀ? ਜਿਸ ਤਰ੍ਹਾਂ ਕਾਫੀ ਜ਼ਿਆਦਾ ਇਹਦੇ ਵਿੱਚ ਧਾਰਾਵਾਂ ਚੱਲਦੀਆਂ ਨੇ। ਗੁਰਮਤਿ ਕਾਵਿ ਹੋ ਗਈ, ਕਿੱਸਾ ਕਾਵਿ, ਸੂਫੀ ਕਾਵਿ, ਬੀਰ ਕਾਵਿ। ਠੀਕ ਹੈ, ਇਸ ਤਰ੍ਹਾਂ ਦੇ ਕਈ ਸਾਡੇ ਕੋਲ ਧਾਰਾਵਾਂ ਜਿਹੜੀਆਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਨੇ। ਅਤੇ ਨਾਲ ਦੀ ਨਾਲ ਕੀ ਹੈ ਕਿ ਜਿਹੜਾ ਪੰਜਾਬੀ ਸਾਹਿਤ ਦਾ ਸਰੂਪ ਸੀ ਉਹ ਸਾਡੇ ਕੋਲ ਨਿਖਰ ਕੇ ਸਾਹਮਣੇ ਆਉਂਦਾ ਕਿ ਨਿਰੋਲ ਜਿਹੜੀ ਪੰਜਾਬੀ ਦੇ ਵਿੱਚ ਇਸ ਦੇ ਵਿੱਚ ਗੱਲ ਹੋਣੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਸੀ, ਜੋ ਕਿ ਆਦਿ ਕਾਲ ਦੇ ਵਿੱਚ ਅਜਿਹਾ ਨਹੀਂ ਸੋਇਆ। ਉਹਨਾਂ ਦੇ ਵਿੱਚ ਕੀ ਸੀ, ਅਪਭ੍ਰੰਸ਼ਾਂ ਦਾ ਜ਼ਿਆਦਾ ਜ਼ੋਰ ਸੀ। ਫਿਰ ਕੀ ਸੀ ਕਿ ਧਰਮ ਜਿਹੜਾ ਸਮਾਜ ਹੈ, ਸਾਹਿਤ ਹੈ, ਉਹਦੇ ਵਿੱਚ ਮੱਧ ਕਾਲ ਦੇ ਵਿੱਚ ਉਹਨੂੰ ਵੱਖਰਾ ਕੀਤਾ ਗਿਆ। ਇਸਤਰੀ ਦੀ ਹੋਂਦ ਬਾਰੇ ਚਰਚਾ ਹੋਣ ਲੱਗੀ, ਚਾਹੇ ਉਹ ਨੈਗੇਟਿਵ ਥਿੰਕਿੰਗ ਸੀ ਪਰ ਫਿਰ ਵੀ ਕਿ ਇਸਤਰੀ ਦੀ ਕੋਈ ਹੋਂਦ ਹੈ ਸਮਾਜ ਦੇ ਵਿੱਚ, ਉਹਦੇ ਬਾਰੇ ਚਰਚਾ ਹੋਣ ਲੱਗੀ ਸੀ। ਆਦਿ ਕਾਲ ਦੇ ਵਿੱਚ ਕੀ ਸੀ ਕਿ ਸਿਰਫ ਉਹਨੂੰ ਨਿੰਦਿਆ ਗਿਆ ਸੀ। ਠੀਕ ਹੈ, ਉਹਦੀ ਕੀ ਜ਼ਰੂਰਤ ਹੈ, ਕੀ ਹੋਂਦ ਹੈ, ਇਸ ਦੇ ਪੱਖੋਂ ਉਹਦੇ ਉੱਪਰ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ। ਚਾਹੇ ਮੱਧ ਕਾਲ ਦੇ ਵਿੱਚ
ਇੱਕ ਨਕਾਰਾਤਮਕ ਸੋਚ ਦੇ ਵੱਲੋਂ ਹੀ ਹੋਈ ਸੀ, ਪਰ ਫਿਰ ਵੀ ਜਿਹੜੀ ਇਸਤਰੀ ਦੀ ਜਿਹੜੀ ਹੋਂਦ ਹੈ ਉਹਦੀ ਚਰਚਾ ਹੋਣੀ ਸ਼ੁਰੂ ਹੋ ਗਈ ਸੀ ਤੇ ਜ਼ੁਲਮ ਦੇ ਪ੍ਰਤੀ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਠੀਕ ਹੈ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਵਿੱਚ, ਜਿਸ ਤਰ੍ਹਾਂ ਬਾਬਰ ਬਾਣੀ ਸਭ ਨੇ ਸੁਣਿਆ ਹੋਏਗਾ, ਪੜ੍ਹਿਆ ਹੋਏਗਾ, ਹੈ ਨਾ, ਉਹਦੇ ਵਿੱਚ ਕੀ ਹੈ ਕਿ ਬਾਬਰ ਦੇ ਦੁਆਰਾ ਜੋ ਹਮਲੇ ਕੀਤੇ ਗਏ ਉਹਦੇ ਵਿਰੋਧ ਦੇ ਵਿੱਚ ਜਿਹੜੇ ਉਹ ਸ਼ਬਦ ਕਹੇ ਗਏ ਸੀ। ਇਸ ਤਰ੍ਹਾਂ ਕੀ ਸੀ ਕਿ ਜ਼ੁਲਮ ਪ੍ਰਤੀ ਜਿਹੜੀ ਆਵਾਜ਼ ਉੱਠਣੀ ਉਹ ਸ਼ੁਰੂ ਹੋ ਗਈ ਸੀ। ਵਿਦਰੋਹ ਦੀ ਸੁਰ ਪ੍ਰਬਲ ਹੋ ਗਈ ਸੀ ਕਿ ਜੋ ਰਾਜੇ ਮਹਾਰਾਜਿਆਂ ਵੱਲੋਂ ਧੱਕਾ ਜਾਂ ਜ਼ੁਲਮ ਕੀਤਾ ਜਾਂਦਾ ਸੀ ਉਹਦੇ ਖਿਲਾਫ ਸੀ ਜਿਹੜਾ ਉਹ ਬੋਲਣਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਕੀ ਹੈ ਕਿ ਮੱਧਕਾਲ ਦੇ ਵਿੱਚ ਸਾਡੇ ਕੋਲ ਨਵੇਂ ਕਾਵਿ ਰੂਪ ਆਉਂਦੇ ਨੇ, ਹੈ ਨਾ, ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਿਵੇਂ ਸ਼ਿਆਰਫੀ ਹੋ ਗਈ, ਬਾਰਾਂਮਾਹ ਹੋ ਗਈ, ਡਿਊਡਾਂ ਹੋ ਗਈਆਂ, ਸੱਦ ਹੋ ਗਈ, ਇਹ ਆ ਗਈ, ਧਾਰਾਵਾਂ ਆਉਂਦੇ ਨੇ, ਗੁਰਮਤਿ ਕਾਵਿ ਹੋ ਗਿਆ, ਵੀਰ ਕਾਵਿ ਹੋ ਗਿਆ, ਕਿੱਸਾ ਕਾਵਿ ਹੋ ਗਿਆ, ਸੂਫੀ ਕਾਵਿ ਹੋ ਗਿਆ। ਇਸ ਤਰ੍ਹਾਂ ਸਾਡੇ ਕੋਲ ਕਈ ਜਿਹੜੀਆਂ ਧਾਰਾਵਾਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ। ਇਸ ਤੋਂ ਅੱਗੇ ਕੀ ਸੀ ਕਿ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਜਿਹੜੀ ਗੱਲ ਸੀ ਉਹ ਸ਼ੁਰੂ ਹੋ ਗਈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੀ ਲਿਖਦੇ ਨੇ ਕਿ ਆਪਾਂ ਪਰਮਾਤਮਾ ਨੂੰ ਜੇ ਮਿਲਣਾ ਤਾਂ ਆਪਾਂ ਗ੍ਰਹਿਸਥ ਜੀਵਨ ਦੇ ਵਿੱਚ ਰਹਿ ਕੇ ਵੀ ਆਪਣੇ ਪਰਮਾਤਮਾ ਨੂੰ ਪਾ ਸਕਦੇ ਹਾਂ। ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤੀ ਵਿਪਾਈਏ। ਇਸ ਤਰ੍ਹਾਂ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦੀ ਗੱਲ ਸ਼ੁਰੂ ਹੋ ਗਈ। ਜਿਹੜਾ ਸਾਰਾ ਸਾਹਿਤ ਸੋ ਮੋਸਟਲੀ ਧਰਮ ਦੇ ਆਲੇ ਦੁਆਲੇ ਜਿਹੜਾ ਕੇਂਦਰਿਤ ਹੋ ਗਿਆ ਸੀ। ਠੀਕ ਹੈ, ਇਸ ਤੋਂ ਬਾਅਦ ਕੀ ਸੀ ਕਿ ਸਮੂਹ ਨੂੰ ਸੰਬੋਧਿਤ ਹੋਣ ਲੱਗ ਗਿਆ ਸੀ। ਠੀਕ ਹੈ, ਕਿ ਉੱਥੇ ਇੱਕ ਕਿਸੇ ਵਿਅਕਤੀ ਦੀ ਵਿਅਕਤੀਗਤ ਤੌਰ 'ਤੇ ਕੋਈ ਗੱਲ ਨਹੀਂ ਸੀ ਰਹੀ, ਭਾਵ ਕੀ ਸੀ ਕਿ ਉਹ ਸਮੂਹ ਦੀ ਉੱਥੇ ਲੋਕਾਈ ਦੀ ਗੱਲ ਹੋਣੀ ਸ਼ੁਰੂ ਹੋ ਗਈ। ਨੈਤਿਕ ਕਦਰਾਂ ਕੀਮਤਾਂ ਹੋ ਗਈਆਂ, ਧਾਰਮਿਕ ਆਦਰਸ਼ ਹੋ ਗਏ, ਤੇ ਇਹਨਾਂ ਦੇ ਵੱਡੇ ਪੱਧਰ 'ਤੇ ਜਿਹੜਾ ਮੱਧਕਾਲ ਦੇ ਵਿੱਚ ਆਗਾਜ਼ ਹੋਇਆ ਸੀ। ਇਹ ਸੀ ਕੁਝ ਜ਼ਰੂਰੀ ਗੱਲਾਂ ਮੱਧਕਾਲ ਬਾਰੇ। ਹੁਣ ਇਹ ਮੈਂ ਤੁਹਾਨੂੰ ਕਿਉਂ ਦੱਸ ਰਹੀ ਹਾਂ, ਕਈ ਵਾਰ ਕਿਉਂਕਿ ਪੇਪਰ ਦੇ ਵਿੱਚ ਇਹ ਵੀ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਸਾਨੂੰ ਪੁੱਛੀ ਗਈ ਹੋਵੇ ਜੋ ਸਿਲੇਬਸ ਦੇ ਵਿੱਚ ਉਸੇ ਨਾਲ ਹੀ ਰਿਲੇਟਡ ਸਾਨੂੰ ਕੁਐਸਚਨ ਆਵੇ। ਹੁਣ ਆਧੁਨਿਕ ਕਾਵਿ ਹੈ, ਉਹਦੇ ਵਿੱਚ ਸਾਡੇ ਆਧੁਨਿਕ ਮਤਲਬ ਕਿ ਵਾਰਤਕ ਵੀ ਆ ਜਾਂਦੀ ਹੈ, ਪਰ ਉਹ ਆਧੁਨਿਕ ਦੇ ਵਿੱਚ ਕਿਹੜੀਆਂ ਚੀਜ਼ਾਂ ਆਈਆਂ ਸੀ ਮੇਨ, ਜਿਨ੍ਹਾਂ ਨੂੰ ਲੈ ਕੇ ਜਿਹੜੇ ਸਾਹਿਤ ਰੂਪ ਹੋਣ ਦੇ ਵਿੱਚ ਆਏ ਨੇ, ਤਾਂ ਉਹਨਾਂ ਦੇ ਲਈ ਸਾਨੂੰ ਪਹਿਲਾਂ ਆਧੁਨਿਕ ਕਾਲ ਦੇ ਪ੍ਰਮੁੱਖ ਜਿਹੜੇ ਨੁਕਤੇ ਹੁੰਦੇ ਨੇ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ, ਮੱਧਕਾਲ ਬਾਰੇ ਵੀ ਪਤਾ ਹੋਣਾ ਚਾਹੀਦਾ। ਠੀਕ ਹੈ, ਤਾਂ ਕਰਕੇ ਮੈਂ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਈ ਆ ਤਾਂ ਕਿ ਪੇਪਰ ਦੇ ਵਿੱਚ ਜੇ ਸਾਨੂੰ ਕੋਈ ਅਜਿਹੇ ਕੁਐਸਚਨ ਪੁੱਛੇ ਵੀ ਜਾਣ ਤਾਂ ਉਦੋਂ ਕੀ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਆਧੁਨਿਕ ਕਾਲ ਦੀ। ਜਿਸ ਤਰ੍ਹਾਂ ਆਪਾਂ ਆਧੁਨਿਕ ਕਾਵਿ ਸ਼ੁਰੂ ਕਰਨਾ ਸੀ, ਤਾਂ ਆਧੁਨਿਕ ਕਾਵਿ ਸ਼ੁਰੂ ਕਰਨ ਤੋਂ ਪਹਿਲਾਂ ਆਧੁਨਿਕ ਕਾਲ ਬਾਰੇ ਸਾਨੂੰ ਥੋੜ੍ਹਾ ਜਿਹਾ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ, ਆਧੁਨਿਕ ਕਾਲ ਦਾ ਜਿਹੜਾ ਸਮਾਂ ਉਹ ਕੀ ਹੈ ਕਿ 1901 ਤੋਂ ਲੈ ਕੇ ਜਿਹੜਾ ਹੁਣ ਤੱਕ ਹੈ ਸਾਡੇ ਕੋਲ ਆਧੁਨਿਕ ਕਾਲ ਚੱਲਦਾ ਹੈ। ਠੀਕ ਹੈ, ਅਤੇ ਮੱਧਕਾਲ ਕੀ ਸੀ ਸਾਡੇ ਕੋਲ 15ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਕੀ ਸੀ ਸਾਡੇ ਕੋਲ ਮੱਧਕਾਲ ਆਇਆ ਸੀ। ਠੀਕ ਹੈ, ਇਹ ਵੀ ਯਾਦ ਰੱਖਣਾ। ਆਧੁਨਿਕ ਕਾਲ ਦੇ ਵਿੱਚ ਕੀ ਸੀ ਕਿ ਜਿਸ ਤਰ੍ਹਾਂ ਮੱਧਕਾਲ ਦੇ ਵਿੱਚ ਠੀਕ ਹੈ ਸਾਰਾ ਸਾਹਿਤ ਧਰਮ ਦੇ ਦੁਆਲੇ ਕੇਂਦਰ ਸੀ, ਸਮੂਹ ਨੂੰ ਸੰਬੋਧਿਤ ਸੀ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਗਈ ਸੀ। ਤਾਂ ਆਧੁਨਿਕ ਕਾਲ ਦੇ ਵਿੱਚ ਕੀ ਹੋਇਆ ਕਿ ਵਿਅਕਤੀ ਵੱਲ ਆਏ। ਠੀਕ ਹੈ, ਆਧੁਨਿਕ ਜਿਹੜੇ ਵਿੱਚ ਸਾਹਿਤਕਾਰ ਨੇ ਉਹ ਵਿਅਕਤੀ ਦੀ ਹੋਂਦ ਵੱਲ ਵਾਪਸ ਆਏ, ਵਿਅਕਤੀਗਤ ਭਾਵਾਂ ਦੀ ਗੱਲ ਹੋਣੀ ਸ਼ੁਰੂ ਹੋਈ, ਸਮਾਜ ਵੱਲ ਆਏ ਕਿ ਕੁਝ ਸਮਾਜ ਦੇ ਵਿੱਚ ਵਾਪਰੇ ਉਸ ਦੀ ਗੱਲ ਕੀਤੀ ਜਾਵੇ। ਠੀਕ ਹੈ, ਤਰਕ ਤੇ ਵਿਗਿਆਨ ਦੀ ਗੱਲ ਹੋਣੀ ਸ਼ੁਰੂ ਹੋਈ ਇਹਦੇ ਵਿੱਚ। ਠੀਕ ਹੈ, ਨਵੇਂ ਸਾਹਿਤਕ ਰੂਪ ਸਾਡੇ ਕੋਲ ਆਉਂਦੇ ਨੇ, ਜਿਸ ਤਰ੍ਹਾਂ ਕਹਾਣੀ ਹੋ ਗਿਆ, ਨਾਵਲ ਹੋ ਗਿਆ, ਨਾਟਕ ਹੋ ਗਿਆ। ਠੀਕ ਹੈ, ਇਕਾਂਗੀ ਹੋ ਗਈ। ਔਰ ਇਹ ਜਿਹੜੇ ਸਾਰੇ ਸਾਹਿਤ ਰੂਪ ਸੀ ਉਹ ਕਿਸ ਤੋਂ ਪ੍ਰਭਾਵਿਤ ਸੀ? ਪੱਛਮੀ ਕਾਵਿ ਤੋਂ। ਠੀਕ ਹੈ, ਕਿ 19ਵੀਂ ਸਦੀ ਦੇ ਵਿੱਚ ਇਸ ਤੋਂ ਪਹਿਲਾਂ ਕਿ ਅੰਗਰੇਜ਼ਾਂ ਨੇ ਸਾਡੇ ਭਾਰਤ ਦੇ ਵਿੱਚ ਆ ਚੁੱਕੇ ਸੀ। ਠੀਕ ਹੈ, ਤਾਂ ਉਹ ਆਪਣੇ ਨਾਲ ਫਿਰ ਨਵੇਂ ਕਾਵਿ ਰੂਪ ਲੈ ਕੇ ਆਏ, ਜਿਨ੍ਹਾਂ ਤੋਂ ਜਿਹੜਾ ਸਾਡਾ ਪੰਜਾਬੀ ਸਾਹਿਤ ਉਹ ਪ੍ਰਭਾਵਿਤ ਹੁੰਦਾ ਹੈ। ਕਿ ਜ਼ਿਆਦਾਤਰ ਜਿਹੜੇ ਸਾਡੇ ਕੋਲ ਆਧੁਨਿਕ ਰੂਪ ਨੇ ਸਾਹਿਤ ਦੇ ਉਹ ਵੀ ਕਿਸ ਤੋਂ ਪ੍ਰਭਾਵਿਤ ਨੇ? ਪੱਛਮੀ ਕਾਵਿ ਤੋਂ ਪ੍ਰਭਾਵਿਤ ਨੇ। ਜਿਸ ਤਰ੍ਹਾਂ ਗਲਪ ਹੋ ਗਿਆ, ਵਾਰਤਕ ਹੋ ਗਈ। ਠੀਕ ਹੈ, ਇਹਦੇ ਵਿੱਚ ਸਾਡੇ ਕੋਲ ਕੀ ਆ ਕਿ ਜਿਹੜਾ ਆਧੁਨਿਕ ਕਾਲ ਉਹ ਕਾਹਦੇ ਵਿੱਚ ਚੱਲਦਾ ਹੈ? ਧਾਰਾਵਾਂ ਦੇ ਵਿੱਚ ਚੱਲਦਾ ਹੈ, ਪੜਾਵਾਂ ਦੇ ਵਿੱਚ ਚੱਲਦਾ ਹੈ। ਜਿਸ ਤਰ੍ਹਾਂ ਰਹੱਸਵਾਦ ਹੋ ਗਿਆ, ਰੋਮਾਂਸਵਾਦ ਹੋ ਗਿਆ, ਪ੍ਰਗਤੀਵਾਦ ਹੋ ਗਿਆ, ਜੁਝਾਰਵਾਦ ਹੋ ਗਿਆ। ਤੇ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਕੋਲ ਆਧੁਨਿਕ ਕਾਲ ਬਾਰੇ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਹੋਰ ਕੀ ਸੀ ਸਾਡੇ ਕੋਲ ਜਿਹੜਾ, ਜੇ ਅਸੀਂ ਇਹਨੂੰ ਨਿਖੇੜਾ ਕਰਨਾ ਹੋਵੇ ਮੱਧਕਾਲ ਦਾ ਆਧੁਨਿਕ ਕਾਲ ਦੇ ਨਾਲੋਂ, ਤਾਂ ਉਹਦੇ ਵਿੱਚ ਕੀ ਸੀ ਕਿ ਸਾਡੇ ਕੋਲ ਮੱਧ ਸ਼੍ਰੇਣੀ ਦਾ ਜਨਮ ਹੋ ਜਾਂਦਾ। ਪੂੰਜੀਵਾਦ ਦੇ ਅਧੀਨ ਕੀ ਹੈ ਕਿ ਸਾਡੇ ਕੋਲ ਮੱਧ ਸ਼੍ਰੇਣੀ ਦਾ ਆਗਾਜ਼ ਹੋ ਜਾਂਦਾ ਹੈ। ਠੀਕ ਹੈ, ਮੱਧ ਸ਼੍ਰੇਣੀ ਦਾ ਜਨਮ ਹੁੰਦਾ ਇਹਦੇ ਵਿੱਚ ਸਾਡੇ ਕੋਲ। ਕਿ ਜਿਸ ਤਰ੍ਹਾਂ ਪੂੰਜੀਵਾਦ ਦੇ ਅੰਗਰੇਜ਼ਾਂ ਦੇ ਨਾਲ ਸਾਮਰਾਜ ਦੇ ਜੜ੍ਹਾਂ ਨੇ ਜਿਹੜੀਆਂ ਉਹ ਡੂੰਘੀਆਂ ਕਰਨ ਦੇ ਲਈ ਪੱਛਮੀ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਆ। ਤਾਂ ਉਹਦੇ ਅਧੀਨ ਕੀ ਆ ਕਿ ਸਾਡੇ ਕੋਲ ਨਿਮਨ ਸ਼੍ਰੇਣੀ, ਮੱਧ ਸ਼੍ਰੇਣੀ ਤੇ ਉੱਚ ਸ਼੍ਰੇਣੀ ਸਾਡੇ ਕੋਲ ਸ਼੍ਰੇਣੀਆਂ ਦਾ ਆ ਜਾਂਦੀਆਂ ਨੇ। ਠੀਕ ਹੈ,
ਨਵੇਂ ਸਾਡੇ ਕੋਲ ਸਾਹਿਤ ਰੂਪ ਆਉਂਦੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇਕਾਂਗੀ ਹੋ ਗਈ, ਨਿਬੰਧ ਹੋ ਗਿਆ, ਸਫ਼ਰਨਾਮਾ ਹੋ ਗਿਆ, ਰੇਖਾ ਚਿੱਤਰ ਹੋ ਗਿਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਆਪਣੀ ਹੋਂਦ ਦੇ ਵਿੱਚ ਆਉਂਦੀਆਂ ਨੇ। ਫਿਰ ਇਹਦੇ ਵਿੱਚ ਕੀ ਸੀ ਕਿ ਜਿੱਥੇ ਮੱਧਕਾਲ ਦੇ ਵਿੱਚ ਅਧਿਆਤਮਵਾਦ ਸੀਗਾ, ਹੈ ਨਾ, ਤਾਂ ਉੱਥੇ ਇਹਦੇ ਵਿੱਚ ਕੀ ਸੀ ਕਿ ਅਧਿਆਤਮਵਾਦ ਦੀ ਥਾਂ ਕੀ ਹੈ, ਯਥਾਰਥਵਾਦ ਦੀ ਗੱਲ ਹੋਣੀ ਸ਼ੁਰੂ ਹੋ ਗਈ। ਯਥਾਰਥ ਦੀ, ਅਧਿਆਤਮਵਾਦ ਦੀ ਜਗ੍ਹਾ ਯਥਾਰਥਵਾਦ ਦੀ ਜਿਹੜੀ ਗੱਲ ਹੋਣੀ ਉਹ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਜਿਸ ਤਰ੍ਹਾਂ ਪਹਿਲਾਂ ਪਰਮਾਤਮਾ ਨੂੰ, ਆਤਮਾ ਪਰਮਾਤਮਾ ਦੀ ਗੱਲ ਕੀਤੀ ਗਈ ਸੀ, ਉੱਥੇ ਕੀ ਸੀ ਕਿ ਮੱਧਕਾਲ ਦੇ ਵਿੱਚ, ਆਧੁਨਿਕ ਕਾਲ ਦੇ ਵਿੱਚ ਕੀ ਆ ਕਿ ਜਿਹੜਾ ਤਰਕ ਤੇ ਵਿਗਿਆਨ ਦੇ ਆਧਾਰ 'ਤੇ ਗੱਲ ਹੋਣੀ ਸ਼ੁਰੂ ਹੋ ਗਈ, ਠੀਕ ਹੈ। ਜਿਸ ਤਰ੍ਹਾਂ ਸਿੱਟੇ ਵਜੋਂ ਰੱਬ ਤੇ ਅਧਿਆਤਮਿਕਤਾ ਨਾਲ ਜੁੜੇ ਸਾਰੇ ਸੰਕਲਪਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਾ ਸ਼ੁਰੂ ਹੋ ਗਿਆ ਕਿ ਜਿਸ ਤਰ੍ਹਾਂ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ, ਠੀਕ ਹੈ। ਭਾਵ ਯਥਾਰਥ ਦੀ ਗੱਲ ਹੋਣੀ ਸ਼ੁਰੂ ਹੋ ਗਈ। ਹੁਣ ਇਹਦੇ ਵਿੱਚ ਕੀ ਸੀ ਕਿ ਪਦ ਦੀ ਥਾਂ ਗਦ ਨੂੰ ਪ੍ਰਮੁੱਖਤਾ ਮਿਲਣੀ ਸ਼ੁਰੂ ਹੋ ਗਈ। ਜਿਸ ਤਰ੍ਹਾਂ ਪਹਿਲਾਂ ਜਿੰਨਾ ਮੋਸਟਲੀ ਮੱਧਕਾਲ ਦੇ ਵਿੱਚ ਸਾਹਿਤ ਰਚਿਆ ਗਿਆ ਉਹ ਕਾਹਦੇ ਵਿੱਚ, ਕਾਵ ਰੂਪ ਦੇ ਵਿੱਚ ਲਿਖਿਆ ਗਿਆ, ਕਵਿਤਾ ਰੂਪ ਦੇ ਰੂਪ ਦੇ ਵਿੱਚ ਹੈ। ਪਰ ਆਧੁਨਿਕ ਕਾਲ ਦੇ ਵਿੱਚ ਕੀ ਸੀ ਕਿ ਗਦ ਨੂੰ, ਠੀਕ ਹੈ, ਵਾਰਤਕ ਨੂੰ ਜਿਹੜੀ ਉਹ ਜਗ੍ਹਾ ਮਿਲਣੀ ਸ਼ੁਰੂ ਹੋ ਗਈ, ਵਾਰਤਕ ਨੂੰ ਪ੍ਰਮੁੱਖਤਾ ਮਿਲਣੀ ਸ਼ੁਰੂ ਹੋ ਗਈ, ਜਿਹਦੇ ਵਿੱਚ ਸਾਡੇ ਕੋਲ ਜੀਵਨੀ, ਸਵੈ ਜੀਵਨੀ, ਨਾਵਲ, ਸੰਸਕਰਨ, ਸਫ਼ਰਨਾਮਾ ਅਜਿਹੇ ਸਾਡੇ ਕੋਲ ਵਾਰਤਕ ਰੂਪ ਸਾਹਮਣੇ ਆਉਂਦੇ ਨੇ। ਫਿਰ ਇਹਦੇ ਵਿੱਚ ਕੀ ਸੀ ਕਿ ਛੰਦਾਬੰਦੀ ਤੋਂ ਮੁਕਤੀ ਦੀ ਗੱਲ ਕੀਤੀ ਗਈ ਕਿ ਉਹਦੇ ਵਿੱਚ ਛੰਦ ਦਾ ਜਿਹੜਾ ਪੈਟਰਨ ਸੀ ਉਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਸੀ। ਪਰ ਇਹਦੇ ਵਿੱਚ ਕੀ ਹੈ ਕਿ ਸੈਲਾਨੀ ਛੰਦ ਭਾਵ ਖੁੱਲ੍ਹ ਲਈ ਗਈ, ਠੀਕ ਹੈ। ਉਸ ਤੋਂ ਬਾਅਦ ਕੀ ਸੀ ਕਿ ਇਹਦੇ ਵਿੱਚ ਸਧਾਰਨ ਮਨੁੱਖ ਨਾਇਕ ਵਜੋਂ ਲਿਆ ਗਿਆ। ਜਿਸ ਤਰ੍ਹਾਂ ਮੱਧਕਾਲ ਦੇ ਵਿੱਚ ਕੀ ਸੀ ਕਿ ਕੋਈ ਰਾਜਾ, ਮਹਾਰਾਜਾ, ਪੀਰ ਫਕੀਰ, ਕੋਈ ਪ੍ਰੇਮੀ ਸੀ, ਉਹਨੂੰ ਨਾਇਕ ਵਜੋਂ ਲਿਆ ਜਾਂਦਾ ਸੀ। ਪਰ ਇਹਦੇ ਵਿੱਚ ਕੀ ਹੈ ਕਿ ਆਮ ਸਧਾਰਨ ਵਿਅਕਤੀ ਦੀ ਗੱਲ ਹੁੰਦੀ ਗਈ, ਠੀਕ ਹੈ। ਨਾਰੀ ਸੰਵੇਦਨਾ ਦੀ ਗੱਲ ਸ਼ੁਰੂ ਹੋ ਗਈ, ਠੀਕ ਹੈ, ਨਾਰੀ ਦੀ ਹੋਂਦ ਦੀ ਗੱਲ ਸ਼ੁਰੂ ਹੋ ਗਈ। ਫਿਰ ਹੋਰ ਕੀ ਸੀ, ਮੈਂ ਮੂਲਕ ਪ੍ਰਧਾਨ ਸਾਹਿਤ ਆ ਜਿਹੜਾ ਉਹ ਸ਼ੁਰੂ ਹੋ ਗਿਆ ਲਿਖਿਆ ਜਾਣਾ, ਹੈ ਨਾ। ਇਸ ਤੋਂ ਅੱਗੇ ਹੋਰ ਕੀ ਸੀ ਕਿ ਇਹਦੇ ਵਿੱਚ ਕੀ ਹੈ ਕਿ ਮੱਧਕਾਲ ਜਿੱਥੇ ਆਪਣੇ ਆਲੇ ਦੁਆਲੇ, ਧਰਮ ਦੇ ਆਲੇ ਦੁਆਲੇ ਸੀਮਿਤ ਸੀ, ਆਧੁਨਿਕ ਕਾਲ ਦੇ ਵਿੱਚ ਕੀ ਹੈ ਕਿ ਵਿਸ਼ਵ ਸਾਹਿਤ ਦੇ ਨਾਲ ਜਿਹੜਾ ਉਹ ਆਪਣਾ ਸੰਵਾਦ ਰਚਾਉਣਾ ਸ਼ੁਰੂ ਕਰਦਾ, ਠੀਕ ਹੈ। ਮੱਧਕਾਲ ਦੇ ਵਿੱਚ ਅਰਬੀ, ਫਾਰਸੀ ਭਾਸ਼ਾਵਾਂ ਸੀ ਜਿਨ੍ਹਾਂ ਨੂੰ ਮੇਨ ਫੋਕਸ ਕੀਤਾ ਜਾਂਦਾ ਸੀ। ਪਰ ਇਹਦੇ ਵਿੱਚ ਕੀ ਹੈ ਕਿ ਉਹਨਾਂ ਭਾਸ਼ਾਵਾਂ ਨਾਲ ਨਾਤਾ ਤੋੜ ਕੇ ਜਿਹੜੀਆਂ ਆਮ ਪ੍ਰਚਲਿਤ ਭਾਸ਼ਾਵਾਂ ਸੀ ਉਹਨਾਂ ਦੇ ਨਾਲ ਜਿਹੜਾ ਉਹ ਆਪਣਾ ਜਿਹੜਾ ਸਾਹਿਤ ਰਚਨਾ ਸ਼ੁਰੂ ਹੋਈ ਹੈ। ਪ੍ਰਵਾਸੀ ਸਾਹਿਤ ਆ ਜਾਂਦਾ ਇਹਦੇ ਵਿੱਚ ਕਿ ਜੋ ਪ੍ਰਵਾਸ ਦੇ ਵਿੱਚ ਗਏ ਹੋਏ ਲੋਕ ਨੇ ਉਹ ਕਿਵੇਂ ਆਪਣੇ ਭੂ ਹੇਰਵੇ ਦੀ ਗੱਲ ਕਰਦੇ ਆ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਆ ਜਾਣਗੀਆਂ। ਫਿਰ ਨਾਲ ਹੀ ਕੀ ਆ ਕਿ ਵੱਡਾ ਇਹਦਾ ਘੇਰਾ, ਸਾਹਿਤਕ ਘੇਰਾ ਉਹ ਜਿਹੜਾ ਬਹੁਤ ਜ਼ਿਆਦਾ ਵਿਸ਼ਾਲ ਹੋ ਜਾਂਦਾ ਹੈ। ਵਿਸ਼ਾਲ ਕਿਉਂ ਹੋ ਜਾਂਦਾ ਹੈ ਕਿਉਂਕਿ ਜਿਹੜਾ ਮੱਧਕਾਲ ਦੇ ਨਾਲੋਂ ਜਿਹੜਾ ਆਧੁਨਿਕ ਕਾਲ ਸੀ ਉਹ ਕਿਸ ਨਾਲ ਆਪਣਾ ਸੰਵਾਦ ਰਚਾਉਂਦਾ, ਵਿਸ਼ਵ ਸਾਹਿਤ ਦੇ ਨਾਲ, ਠੀਕ ਹੈ ਦੋਸਤੋ। ਤਾਂ ਇਹ ਸੀ ਕੁਝ ਇੰਪੋਰਟੈਂਟ ਗੱਲਾਂ ਆਧੁਨਿਕ ਕਾਲ ਬਾਰੇ। ਮੈਨੂੰ ਹੋਪ ਹੈ ਕਿ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ, ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ। ਧੰਨਵਾਦ।